ਆਪਾਂ ਇਹ ਦੇਖਣਾ ਕਿ ਜਿਹੜਾ ਮੌਜੂਦਾ ਕਿਸਾਨ ਸੰਕਟ ਹੈ ਉਹ ਸਾਡੇ ਸੱਭਿਆਚਾਰ ਨੂੰ ਕਿਸ ਰੁਖ ਪ੍ਰਭਾਵਿਤ ਕਰੂ। ਹੁਣ ਜਿਹੜੀ ਕਿਸਾਨੀ ਹੈ ਇਹ ਮਹਿਜ ਇੱਕ ਕਿੱਤਾ ਨਹੀਂ, ਇਹ ਮਹਿਜ ਰੁਜ਼ਗਾਰ ਦਾ ਸਾਧਨ ਨਹੀਂ, ਇਹ ਇੱਕ ਵੇ ਆਫ ਲਾਈਫ ਕਿ ਜਦੋਂ ਤੁਹਾਨੂੰ ਆਪਦਾ ਜੀਵਨ ਹੀ ਮਨੋਰਥਹੀਣ ਲੱਗਣ ਲੱਗ ਜਾਵੇ ਤਾਂ ਉਸ ਮੌਕੇ 'ਤੇ ਆ ਕੇ ਜਿਹਨੂੰ ਕਹਿੰਦੇ ਆ ਇੱਕ ਹੋਂਦ ਦਾ ਸੰਕਟ। ਤੁਸੀਂ ਜਿਉਂਦੇ ਹੋ, ਵੈਸੇ ਖਾਂਦੇ ਪੀਂਦੇ ਹੋ, ਤੁਰਦੇ ਫਿਰਦੇ ਹੋ, ਪਹਿਨਦੇ ਹੋ, ਮੌਜ ਮੇਲੇ ਵੀ ਕਰਦੇ ਹੋ, ਸਭ ਕੁਝ ਕਰ ਰਹੇ ਹੋ, ਪਰ ਅੰਦਰ ਚਾਹ ਕੋਈ ਨਹੀਂ, ਅੰਦਰ ਉਤਸ਼ਾਹ ਕੋਈ ਨਹੀਂ, ਜਿਉਣ ਦਾ ਮਨੋਰਥ ਕੋਈ ਨਹੀਂ। ਹਰ ਜਗ੍ਹਾ 'ਤੇ ਮਨੁੱਖ ਦਾ ਸੱਭਿਆਚਾਰ ਅਲੱਗ-ਅਲੱਗ ਹੈ, ਜਿਹਦੇ ਆਧਾਰ 'ਤੇ ਉਹਦੀਆਂ ਗਰੁੱਪ ਪਛਾਣਾਂ ਵਿਕਸਿਤ ਹੋਈਆਂ। ਸੋ ਇਹ ਇੱਕ ਸਿਲਸਿਲਾ ਸਾਰੀ ਦੁਨੀਆ ਦੇ ਵਿੱਚ ਚੱਲਿਆ, ਜਿਹਦੇ ਵਿੱਚੋਂ ਵੰਨ ਸੁਵੰਨਤਾ ਗਿਆਨ ਦੀ ਵੀ, ਸਿਧਾਂਤਾਂ ਦੀ ਵੀ, ਫਲਸਫਿਆਂ ਦੀ ਵੀ, ਅਮਲ ਦੀ ਵੀ, ਇਤਿਹਾਸ ਦੀ ਵੀ, ਸੁਪਨਿਆਂ ਦੀ ਵੀ, ਉਹ ਵੰਨ ਸੁਵੰਨਤਾ ਇੱਕ ਸ੍ਰਿਸ਼ਟੀ ਦਾ ਨਿਯਮ ਹੈ, ਜਿਹਦੇ ਵਿੱਚੋਂ ਅਲੱਗ-ਅਲੱਗ ਭਾਈਚਾਰੇ ਅੱਜ ਵਿਚਰ ਰਹੇ ਨੇ। ਜੋ ਮੌਜੂਦਾ ਕਿਸਾਨ ਸੰਕਟ ਪ੍ਰਗਟ ਹੋਇਆ ਕਿਸਾਨ ਬਿੱਲਾਂ ਦੇ ਆਉਣ ਦੇ ਰੂਪ ਦੇ ਵਿੱਚ, ਅਤੇ ਉਹ ਸੰਕਟ ਦੇ ਵਿੱਚੋਂ ਜੋ ਕਿਸਾਨ ਅੰਦੋਲਨ ਚੱਲਿਆ ਅਤੇ ਚੱਲ ਰਿਹਾ ਹੈ, ਉਸ ਨੂੰ ਦੇਖਣ ਦੇ ਮੁੱਖ ਰੂਪ 'ਚ ਦੋ ਦ੍ਰਿਸ਼ਟੀਕੋਣ ਸਾਹਮਣੇ ਆਏ ਨੇ। ਇੱਕ, ਇਸ ਨੂੰ ਸਿਰਫ ਇੱਕ ਆਰਥਿਕ ਸਮੱਸਿਆ ਦੇ ਤੌਰ 'ਤੇ ਦੇਖਣਾ, ਜਿਹਦੇ ਵਿੱਚੋਂ ਜ਼ਮੀਨਾਂ ਦੇ ਖੁੱਸ ਜਾਣ ਦਾ ਡਰ ਅਤੇ ਜ਼ਮੀਨਾਂ ਨੂੰ ਬਚਾਉਣ ਦਾ ਸਰੋਕਾਰ ਹੀ ਮੁੱਖ ਸਰੋਕਾਰ ਬਣਿਆ ਹੋਇਆ ਹੈ। ਇੱਕ ਦ੍ਰਿਸ਼ਟੀਕੋਣ ਹੋਰ ਹੈ ਜੋ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਦੇ ਪਲੇਟਫਾਰਮ ਤੋਂ ਉੱਭਰ ਕੇ ਸਾਹਮਣੇ ਆਇਆ ਸੀ, ਪਰ ਹੁਣ ਉਹ ਕਾਫੀ ਹੱਦ ਤੱਕ ਆਮ ਲੋਕਾਂ ਦੀ ਚੇਤਨਤਾ ਦਾ ਹਿੱਸਾ ਬਣ ਚੁੱਕਿਆ ਹੈ। ਉਹ ਇਹ ਹੈ ਕਿ ਮਸਲਾ ਸਿਰਫ ਇਹ ਆਰਥਿਕ ਨਹੀਂ, ਇਹ ਮਸਲਾ ਸਾਡੀ ਹੋਂਦ ਦਾ ਮਸਲਾ ਹੈ। ਸੋ ਜਿਹਨੂੰ ਫਿਰ ਕਈ ਪਾਪੂਲਰ ਮੁਹਾਵਰਿਆਂ ਦੇ ਵਿੱਚ ਵੀ ਪੇਸ਼ ਕੀਤਾ ਗਿਆ ਕਿ ਮਸਲਾ ਸਿਰਫ ਜ਼ਮੀਨਾਂ ਦਾ ਨਹੀਂ, ਜ਼ਮੀਰਾਂ ਦਾ ਵੀ ਹੈ। ਮਸਲਾ ਫਸਲਾਂ ਦਾ ਨਹੀਂ, ਮਸਲਾ ਨਸਲਾਂ ਦਾ ਅਸਲ 'ਚ। ਸੋ ਜਿਹਦੇ ਵਿੱਚੋਂ ਇੱਕ ਵੀ ਸਾਡੀ ਹੋਂਦ ਅਤੇ ਹਸਤੀ ਖਤਮ ਹੋਣ ਦਾ ਜਿਹੜਾ ਹੈਗਾ ਉਹ ਖਤਰਾ ਸਾਡੇ ਲਈ ਪੈਦਾ ਹੋ ਗਿਆ। ਸੋ ਇਸ ਰੂਪ ਦੇ ਵਿੱਚ ਇਹਨੂੰ ਦੇਖਿਆ ਗਿਆ। ਹੁਣ ਜਿਹੜਾ ਹੋਂਦ ਦਾ ਮਸਲਾ ਹੈ ਉਹ ਕੀ ਹੁੰਦਾ ਹੈ? ਪਸ਼ੂ ਜਗਤ 'ਚ ਅਸੀਂ ਦੇਖਦੇ ਹਾਂ ਜਿਹੜਾ ਹੋਂਦ ਦਾ ਮਸਲਾ ਹੈ ਉਹ ਜਿਸਮਾਨੀ ਹੈ, ਕਿ ਜਦੋਂ ਕੋਈ ਅਜਿਹੀਆਂ ਹਾਲਤਾਂ ਪੈਦਾ ਹੋ ਜਾਣ, ਕੋਈ ਕੁਦਰਤੀ ਆਫਤ ਆ ਜੇ ਕਿ ਪਸ਼ੂ ਜਾਂ ਜੀਵ ਜੰਤੂ ਜੋ ਪੰਛੀ, ਉਹਨਾਂ ਦੇ ਖਾਣ ਵਾਸਤੇ ਕੋਈ ਖੁਰਾਕ ਨਾ ਰਹੀ ਤਾਂ ਉਹ ਭੁੱਖ ਨਾਲ ਮਰ ਜਾਂਦੇ ਨੇ। ਇਸ ਤਰ੍ਹਾਂ ਕਈ ਜਾਤੀਆਂ ਦੀਆਂ ਜਾਤੀਆਂ ਖਤਮ ਹੁੰਦੀਆਂ ਆਈਆਂ ਇਤਿਹਾਸ ਦੇ ਵਿੱਚ, ਸੋ ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ। ਸੋ ਉੱਥੇ ਮਸਲਾ ਜਿਸਮਾਨੀ ਹੋਂਦ ਖਤਮ ਹੋਣ ਦਾ ਹੀ ਹੈ। ਪਰ ਮਨੁੱਖ ਦਾ ਪਸ਼ੂ ਜਗਤ ਨਾਲੋਂ ਬਹੁਤ ਹੀ ਵੱਡਾ, ਅਹਿਮ ਅਤੇ ਬੁਨਿਆਦੀ ਵਖਰੇਵਾਂ ਹੈ ਕਿ ਇੱਥੇ ਮਸਲਾ ਸਿਰਫ ਜਿਸਮਾਨੀ ਨਹੀਂ, ਇਸ ਮਸਲੇ ਦਾ ਸੰਬੰਧ ਮਨ ਅਤੇ ਆਤਮਾ ਨਾਲ ਜੁੜਦਾ ਜਾ ਕੇ। ਉਹ ਆਪਾਂ ਦੇਖਾਂਗੇ ਕਿਵੇਂ ਕਿ ਜਿਹੜਾ ਪਸ਼ੂ ਹੈ ਉਹਨੂੰ ਜੋ ਜੂਨ ਮਿਲ ਗਈ ਅਤੇ ਜੋ ਹਾਲਤਾਂ ਮਿਲ ਗਈਆਂ, ਜੋ ਆਲਾ ਦੁਆਲਾ ਮਿਲ ਗਿਆ, ਉਹਨੇ ਉਹਨਾਂ ਪੈਰਾਮੀਟਰਸ ਉਸ ਦਾਇਰੇ ਦੇ ਅੰਦਰ ਹੀ ਆਪਦੀ ਜੂਨ ਭੋਗ ਕੇ ਖਤਮ ਹੋ ਜਾਣਾ। ਉਹ ਆਪਣੇ ਕਿਸੇ ਸੁਚੇਤ ਯਤਨ ਨਾਲ ਉਹ ਆਪਦੀਆਂ ਹਾਲਤਾਂ ਨੂੰ, ਆਪਦੇ ਆਲੇ ਦੁਆਲੇ ਨੂੰ ਉਹ ਬਦਲ ਨਹੀਂ ਸਕਦਾ। ਸੋ ਉਸ ਨੂੰ ਵਾਹਿਗੁਰੂ ਨੇ ਕੋਈ ਚੇਤਨਤਾ ਦੀ ਦਾਤ ਨਹੀਂ ਦਿੱਤੀ ਹੋਈ, ਜਿਹਦੇ ਕਰਕੇ ਉਹ ਕੋਈ ਨਾ ਭਵਿੱਖ ਬਾਰੇ ਸੋਚ ਸਕਦਾ ਹੈ ਅਤੇ ਨਾ ਉਹ ਕੋਈ ਵਿਉਂਤ ਬਣਾ ਸਕਦਾ ਹੈ। ਸੋ ਉਹ ਦੋ ਦਿੱਤੀਆਂ ਹੋਈਆਂ ਹਾਲਤਾਂ ਉਹਦੇ ਵਿੱਚ ਹੀ ਆਪਦੀ ਜੂਨ ਭੋਗ ਕੇ ਖਤਮ ਹੋ ਜਾਂਦਾ ਹੈ। ਪਰ ਮਨੁੱਖ ਦਾ ਜਿਹੜਾ ਮਾਮਲਾ ਹੈ ਉਹ ਬਹੁਤ ਵੱਖਰਾ ਹੈ। ਮਨੁੱਖੀ ਇੱਕ ਅਜਿਹਾ ਜੀਵ ਹੈ ਸ੍ਰਿਸ਼ਟੀ ਦੇ ਵਿੱਚ ਜਿਹਨੂੰ ਵਾਹਿਗੁਰੂ ਨੇ ਚੇਤਨਤਾ ਦੀ ਦਾਤ ਨਾਲ ਨਵਾਜਿਆ, ਜਿਹਦਾ ਮਤਲਬ ਇਹ ਹੈ ਕਿ ਇਹ ਸਿਰਫ ਦਿੱਤੀਆਂ ਹੋਇਆ ਜੀਵਨ ਅਤੇ ਦਿੱਤੀਆਂ ਹੋਈਆਂ ਹਾਲਤਾਂ ਹੀ ਦੇ ਵਿੱਚ ਨਹੀਂ ਜਿਉਂਦਾ। ਇਹਦੇ ਮਨ ਦੇ ਵਿੱਚ ਇੱਕ ਲਗਾਤਾਰ ਸਦੀਵੀ ਤਾਂਘ ਜਿਹੜੀ ਸਦੀਆਂ ਤੋਂ ਕਾਇਮ ਰਹਿ ਰਹੀ ਆਈ ਹੈ ਕਿ ਆਪਦੇ ਜੀਵਨ ਨੂੰ ਹੋਰ ਚੰਗੇਰਾ ਬਣਾਉਣਾ, ਆਪਦੇ ਭਵਿੱਖ ਨੂੰ ਹੋਰ ਚੰਗਾ ਬਣਾਉਣਾ। ਸੋ ਜਿਹਦੇ ਕਰਕੇ ਉਹ ਭਵਿੱਖ ਬਾਰੇ ਸੋਚ ਸਕਦਾ ਹੈ, ਭਵਿੱਖ ਦੀ ਕਲਪਨਾ ਕਰ ਸਕਦਾ ਹੈ, ਕੋਈ ਸੁਪਨਾ ਲੈ ਸਕਦਾ ਹੈ
ਤੇ ਉਸ ਸੁਪਨੇ ਨੂੰ ਅਮਲ 'ਚ ਸਾਕਾਰ ਕਰਨ ਵਾਸਤੇ ਉਹ ਕੋਈ ਸੁਚੇਤ ਯਤਨ ਤੇ ਵਿਉਂਤਬੱਧ ਯਤਨ ਵੀ ਕਰ ਸਕਦਾ। ਸੋ ਇਸੇ ਤਾਂਘ ਚੋਂ ਜਾਂ ਯਰਨਿੰਗ ਦੇ ਵਿੱਚੋਂ ਹੀ ਹੁਣ ਮੁੱਖ ਦੀ ਚੋਂ ਦੁਨੀਆ ਦੇ ਵਿੱਚ ਬਹੁਤ ਸਾਰੇ ਫਲਸਫੇ ਤੇ ਸਿਧਾਂਤ ਪੈਦਾ ਹੋਏ ਨੇ ਤੇ ਇਹਨਾਂ ਯਤਨਾਂ ਦੇ ਵਿੱਚੋਂ ਹੀ ਕਿ ਆਪਣਾ ਚੰਗਾ ਭਵਿੱਖ ਸਿਰਜਣ ਦੇ ਬਣਾਉਣ ਦੇ ਜਿਹੜੇ ਯਤਨ ਹੋਏ ਆ ਇਤਿਹਾਸ, ਉਹਨਾਂ ਦੇ ਵਿੱਚੋਂ ਹੀ ਇਤਿਹਾਸ ਸਿਰਜੇ ਗਏ ਨੇ। ਸੋ ਉਹਨਾਂ ਵਿੱਚੋਂ ਹੀ ਗਿਆਨ ਸਿਰਜੇ ਗਏ ਨੇ। ਸੋ ਦੁਨੀਆ ਦੇ ਵਿੱਚ ਇਹ ਸਿਲਸਿਲਾ ਇਸ ਤਰ੍ਹਾਂ ਚੱਲਿਆ। ਇੱਕ ਜਿਹੜਾ ਸਭ ਤੋਂ ਅਹਿਮ ਐਲੀਮੈਂਟ ਆਪਾਂ ਇੱਥੇ ਜਿਹਨੂੰ ਅੱਜ ਵਿਚਾਰ ਕਰਨੀ ਹੈ ਉਹ ਇਹ ਹੈਗਾ ਕਿ ਮਨੁੱਖ ਨੇ ਕੀ ਸੋਚਣਾ ਹੈ ਤੇ ਕੀ ਯਤਨ ਕਰਨਾ ਹੈ। ਇਹ ਉਹਦਾ ਜੋ ਸੱਭਿਆਚਾਰ ਹੈ ਉਹ ਤੋਂ ਬਹੁਤ ਡਿਟਰਮਨ ਹੁੰਦਾ ਹੈ। ਇਹਦਾ ਨਿਰਣਾ ਸੱਭਿਆਚਾਰ ਤੋਂ ਹੁੰਦਾ ਹੈ, ਕਿਉਂਕਿ ਤੁਹਾਡਾ ਸੱਭਿਆਚਾਰ ਤੁਹਾਨੂੰ ਕਿਹੋ ਜਿਹੇ ਆਦਰਸ਼ ਤੇ ਕਿਹੋ ਜਿਹੀਆਂ ਪ੍ਰੇਰਨਾਵਾਂ ਦਿੰਦਾ ਹੈ, ਉਸ ਮੁਤਾਬਕ ਹੀ ਤੁਹਾਡਾ ਅਮਲ ਹੋਊ, ਉਸ ਮੁਤਾਬਕ ਹੀ ਤੁਹਾਡਾ ਇਤਿਹਾਸ ਹੋਊ ਤੇ ਉਸ ਮੁਤਾਬਕ ਹੀ ਤੁਹਾਡੇ ਯਤਨ ਹੋਣਗੇ। ਸੋ ਇਹ ਸਿਲਸਿਲਾ ਨਿਰੰਤਰ ਚੱਲਦਾ ਆਇਆ ਹੈ, ਜਿਹਦੇ 'ਚੋਂ ਫਿਰ ਦੁਨੀਆ ਦੇ ਵਿੱਚ ਅਲੱਗ-ਅਲੱਗ ਫਲਸਫੇ, ਅਲੱਗ-ਅਲੱਗ ਸਿਧਾਂਤ, ਅਲੱਗ-ਅਲੱਗ ਇਤਿਹਾਸ ਤੇ ਅਲੱਗ-ਅਲੱਗ ਮਨੁੱਖੀ ਭਾਈਚਾਰੇ ਹੋਂਦ ਵਿੱਚ ਆਏ ਨੇ। ਮਨੁੱਖ ਹੈ ਵੈਸੇ, ਪਰ ਉਹਨੂੰ ਇੱਕ ਨਿਖੇੜ ਦੀ ਜਿਹੜੀ ਗੱਲ ਹੈ, ਜਿਹੜੀ ਗਰੁੱਪ ਆਇਡੈਂਟੀਟੀ, ਉਹ ਹੈ ਕਿ ਉਹਨਾਂ ਦਾ ਸੱਭਿਆਚਾਰ ਇੱਕ ਨਹੀਂ। ਹਰ ਜਗ੍ਹਾ 'ਤੇ ਮਨੁੱਖ ਦਾ ਸੱਭਿਆਚਾਰ ਅਲੱਗ-ਅਲੱਗ ਹੈ, ਜਿਹਦੇ ਆਧਾਰ 'ਤੇ ਉਹਦੀਆਂ ਗਰੁੱਪ ਪਛਾਣਾਂ ਵਿਕਸਿਤ ਹੋਈਆਂ। ਸੋ ਇਹ ਇੱਕ ਸਿਲਸਿਲਾ ਸਾਰੀ ਦੁਨੀਆ ਦੇ ਵਿੱਚ ਚੱਲਿਆ, ਜਿਹਦੇ ਵਿੱਚੋਂ ਵੰਨ ਸਵੰਨਤਾ ਗਿਆਨ ਦੀ ਵੀ, ਸਿਧਾਂਤਾਂ ਦੀ ਵੀ, ਫਲਸਫਿਆਂ ਦੀ ਵੀ, ਅਮਲ ਦੀ ਵੀ, ਇਤਿਹਾਸ ਦੀ ਵੀ, ਸੁਪਨਿਆਂ ਦੀ ਵੀ, ਉਹ ਵੰਨ ਸਵੰਨਤਾ ਇੱਕ ਸ੍ਰਿਸ਼ਟੀ ਦਾ ਨਿਯਮ ਹੈ, ਜਿਹਦੇ ਵਿੱਚੋਂ ਅਲੱਗ-ਅਲੱਗ ਭਾਈਚਾਰੇ ਅੱਜ ਵਿਚਰ ਰਹੇ ਨੇ। ਸੋ ਆਪਾਂ ਇਹ ਦੇਖਣਾ ਕਿ ਜਿਹੜਾ ਮੌਜੂਦਾ ਕਿਸਾਨ ਸੰਕਟ ਹੈ ਉਹ ਸਾਡੇ ਸੱਭਿਆਚਾਰ ਨੂੰ ਕਿਸ ਰੁਖ ਪ੍ਰਭਾਵਿਤ ਕਰੂ। ਹੁਣ ਜਿਹੜੀ ਕਿਸਾਨੀ ਹੈ ਇਹ ਮਹਿਜ ਇੱਕ ਕਿੱਤਾ ਨਹੀਂ, ਇਹ ਮਹਿਜ ਰੁਜ਼ਗਾਰ ਦਾ ਸਾਧਨ ਨਹੀਂ, ਇਹ ਇੱਕ ਵੇ ਆਫ ਲਾਈਫ ਹੈ, ਇੱਕ ਜਿਉਣ ਦਾ ਬਕਾਇਦਾ ਤਰੀਕਾ ਹੈ, ਜਿਹਦੇ ਵਿੱਚ ਜਿਹੜੀ ਫੈਮਿਲੀ ਫਾਰਮਿੰਗ ਹੈ ਉਹ ਇਹਦੀ ਬੁਨਿਆਦ ਹੈ ਕਿ ਸਾਡੀ ਜਿਹੜੀ ਪਰਿਵਾਰ ਦੇ ਤੌਰ 'ਤੇ ਖੇਤੀ, ਪਰਿਵਾਰਕ ਖੇਤੀ, ਜ਼ਮੀਨਾਂ ਦੇ ਮਾਲਕ ਹੋਣਾ ਅਤੇ ਪਰਿਵਾਰਕ ਖੇਤੀ ਕਰਨੀ, ਉਹ ਇਸ ਸਾਡੇ ਸੱਭਿਆਚਾਰ ਦੀ ਬੁਨਿਆਦ ਹੈ, ਜਿਹਦੇ ਵਿੱਚੋਂ ਸਾਡੀਆਂ ਖਾਸ ਕਿਸਮ ਦਾ ਜਿਹੜਾ ਸੱਭਿਆਚਾਰ ਹੈ ਉਹ ਵਿਕਸਿਤ ਹੁੰਦਾ ਹੈ। ਹੁਣ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਤੱਤ ਸ਼ਾਮਲ ਹੁੰਦੇ ਨੇ, ਕੋਈ ਇੱਕ ਨਹੀਂ, ਅਨੇਕਾਂ ਹੀ ਹੋਣਗੇ, ਜਿਹਦੇ ਵਿੱਚ ਭਾਸ਼ਾ ਵੀ ਆ ਜਾਂਦਾ, ਕਲਾ ਵੀ ਆ ਜਾਂਦੀ ਹੈ, ਮਨੋਰੰਜਨ ਦੇ ਸਾਧਨ ਵੀ ਆ ਜਾਂਦੇ ਨੇ, ਅਤੇ ਜਿਹਦੇ ਵਿੱਚ ਆਪਣਾ ਹੋਰ ਬਹੁਤ ਸਾਰੇ ਪੱਖ ਜਿਹੜੇ ਨੇ ਕਿ ਤੁਸੀਂ ਆਪਣੀਆਂ ਖੁਸ਼ੀਆਂ ਕਿਵੇਂ ਪ੍ਰਗਟ ਕਰਨੀਆਂ, ਤੁਸੀਂ ਕਿਹੋ ਜਿਹੇ ਸੁਪਨੇ ਲੈਣੇ ਨੇ, ਤੁਹਾਡੇ ਕੋਲ ਕਿਹੋ ਜਿਹੇ ਆਦਰਸ਼ਨ, ਤੁਸੀਂ ਕਿਹੋ ਜਿਹਾ ਜੀਵਨ ਜਿਉਣਾ ਹੈ, ਇਹ ਤੁਹਾਨੂੰ ਤੁਹਾਡਾ ਸੱਭਿਆਚਾਰ ਦਿੰਦਾ ਹੈ। ਸੋ ਜਿਹੜਾ ਕਿਸਾਨ ਹੈ ਕਿਤੇ ਵੀ ਆ ਭਾਵੇਂ ਦੁਨੀਆ ਦੇ ਵਿੱਚ, ਉਹ ਜਿਹੜਾ ਕਿਸਾਨੀ ਦਾ ਜਿਹੜਾ ਕਿੱਤਾ ਹੈ ਉਹ ਹੈਗਾ ਫੈਮਿਲੀ ਫਾਰਮਿੰਗ 'ਤੇ ਟਿਕਿਆ ਹੋਇਆ, ਜਿਹਦੇ ਵਿੱਚੋਂ ਫਿਰ ਇੱਕ ਪੇਂਡੂ ਭਾਈਚਾਰਾ ਤੇ ਪਰਿਵਾਰ, ਇਹ ਉਹਦੀ ਜਿੰਦ ਜਾਨ। ਜਿੱਥੇ ਵੀ ਕਿਸਾਨੀ ਹੈ ਉੱਥੇ ਇੱਕ ਪਰਿਵਾਰ ਹੋਊ, ਅੱਡ ਅੱਡ ਪਰਿਵਾਰ ਹੋਣਗੇ, ਉਹਨਾਂ ਪਰਿਵਾਰਾਂ ਦੀਆਂ ਵੀ ਰਵਾਇਤਾਂ ਹੋਣਗੀਆਂ, ਅਤੇ ਉੱਥੇ ਇਕੱਲਾ ਪਰਿਵਾਰ ਨਹੀਂ, ਇੱਕ ਸਮੁੱਚਾ ਪੇਂਡੂ ਭਾਈਚਾਰਾ ਹੋਊ, ਜਿਹੜਾ ਤੁਹਾਨੂੰ ਸ਼ਹਿਰਾਂ ਦੇ ਵਿੱਚ ਨਹੀਂ ਮਿਲੂਗਾ। ਉੱਥੇ ਲੋਕਾਂ ਦੀ ਕੋਈ ਸਾਂਝੀ ਪਛਾਣ ਨਹੀਂ ਹੁੰਦੀ। ਸੋ ਜਦੋਂ ਫੈਮਿਲੀ ਫਾਰਮਿੰਗ ਖਤਮ ਹੁੰਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਪੇਂਡੂ ਭਾਈਚਾਰਾ ਹੈ ਉਹ ਖਤਮ ਹੋ ਜਾਂਦਾ ਹੈ। ਸੋ ਇਕੱਲੀ ਜ਼ਮੀਨਾਂ ਹੱਥੋਂ ਜਾਣ ਦੀ ਗੱਲ ਨਹੀਂ, ਤੁਸੀਂ ਜਿਸ ਤਰ੍ਹਾਂ ਕਿਸਾਨ ਸਦੀਆਂ ਤੋਂ ਉਹਨਾਂ ਦੇ ਪੁਰਖੇ ਅਤੇ ਵਡੇਰੇ ਜਿਉਂਦੇ ਆਏ, ਜਿਸ ਕਿਸਮ ਦਾ ਜੀਵਨ, ਉਹ ਜੀਵਨ ਖਤਮ ਹੋਣਾ ਹੈ, ਇੱਕ ਸੱਭਿਆਚਾਰ ਖਤਮ ਹੋਣਾ ਹੈ, ਇੱਕ ਤੁਹਾਡਾ ਜਿਹੜਾ ਹੈਗਾ ਆਪਣਾ ਬਣ ਚੁੱਕਿਆ ਕਿੰਨੇ ਲੰਮੇ ਚਿਰ ਤੋਂ ਤੁਹਾਡੇ ਕੁਛ ਚਿੰਨ੍ਹ ਜਿਨ੍ਹਾਂ ਨਾਲ ਤੁਹਾਡੀਆਂ ਯਾਦਾਂ ਜੁੜਦੀਆਂ, ਤੁਹਾਡੇ ਨਾਇਕ, ਤੁਹਾਡੇ ਸੁਪਨੇ, ਉਹ ਸਾਰਾ ਕੁਛ ਇੱਕ ਵਾਰ ਹੱਥੋਂ ਜਾਣਾ ਹੈ। ਕਿਉਂਕਿ ਜਿੱਥੇ ਵੀ ਫੈਮਿਲੀ ਫਾਰਮਿੰਗ ਖਤਮ ਹੋਈ ਹੈ ਉੱਥੇ ਉਹਦੇ ਨਤੀਜੇ ਅਸੀਂ ਸਾਹਮਣੇ ਦੇਖ ਸਕਦੇ ਹਾਂ ਕਿ ਜਿਹੜੀ ਕਾਰਪੋਰੇਟ ਫਾਰਮਿੰਗ ਹੈ, ਕਿਉਂਕਿ 3 ਬਿੱਲਾਂ ਦਾ ਸਿੱਧਾ ਮਨੋਰਥ
ਕਿ ਫੈਮਿਲੀ ਫਾਰਮਿੰਗ ਖਤਮ ਕਰਕੇ ਕਾਰਪੋਰੇਟ ਫਾਰਮਿੰਗ ਲਿਆਉਣਾ। ਇਹਦੇ ਬਾਰੇ ਕੋਈ ਬਹੁਤਾ ਵਿਸਥਾਰ 'ਚ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਕਿਸਾਨ ਯੂਨੀਅਨਾਂ ਨੇ ਇਹ ਜਿਹੜੀ ਸੱਚਾਈ ਹੈ ਇਹ ਆਮ ਲੋਕਾਂ ਨੂੰ ਦੀ ਪੱਧਰ 'ਤੇ ਬਹੁਤ ਲਿਜਾ ਚੁੱਕੇ ਨੇ।